ਮਿਨਿਸਟਰਸ ਦਾ ਇਹ ਅਲਟੀਮੇਟਮ ਸ਼ਾਇਦ ਦੇਸ਼ ਵਿੱਚ ਪਹਿਲੀ ਵਾਰੀ ਹੋਊਗਾ ਕਿ ਜਾਂ ਸਾਨੂੰ ਰੱਖ ਲਓ ਤੇ ਜਾਂ ਆਪਣੇ ਮੁੱਖ ਸਕੱਤਰ ਨੂੰ ਰੱਖ ਲਓ। ਕਾਂਗਰਸ ਦੇ 12 ਐਮਐਲਏ ਇਕੱਠੇ ਹੋਏ, ਉਹਨਾਂ ਨੇ ਕਿਹਾ ਜੀ ਇਹ ਸਾਰੇ ਸ਼ਰਾਬ ਦੀ, ਗੈਰ ਕਾਨੂੰਨੀ ਵਪਾਰ ਦੀ ਤੇ ਚੀਫ ਸੈਕਟਰੀ ਦੇ ਕੌਨਫਲਿਕਟ ਆਫ ਇੰਟਰਸਟ ਦੀ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ। ਇਹਦਾ ਮਤਲਬ ਇਹ ਹੋਇਆ ਕਿ ਕਾਂਗਰਸ ਦੇ ਐਮਐਲਏਜ਼ ਨੂੰ ਆਪਣੀ ਸਰਕਾਰ ਦੀ ਪੁਲਿਸ ਤੇ, ਆਪਣੇ ਵਿਜੀਲੈਂਸ ਡਿਪਾਰਟਮੈਂਟ ਤੇ ਕੋਈ ਭਰੋਸਾ ਨਹੀਂ। ਹੁਣ ਮੁਨੱਸਰ ਇਹਨਾਂ ਦੇ ਉੱਤੇ ਡਿਪੈਂਡ ਕਰਦਾ ਵਾ, ਮਿਨਿਸਟਰਸ ਤੇ, ਐਮਐਲਏਜ਼ ਤੇ, ਕਿ ਆਪਣੇ ਐਲੀਗੇਸ਼ਨਸ ਤੇ ਆਪਣੇ ਇਲਜ਼ਾਮਾਂ ਤੇ ਕਾਇਮ ਲੈਂਦੇ ਨੇ ਕਿ ਜਾਂ ਫਿਰ ਮਾੜੇ ਮੋਟੇ ਧਮਕੀ ਜਾਂ ਡਰ ਜਾਂ ਪਰਚੇ ਤੋਂ ਡਰਦੇ ਤੇ ਆਪੇ ਪਿੱਛੇ ਹਟ ਜਾਣਗੇ ਤੇ ਉਸੇ ਤਨਖਾਹ ਤੇ ਕੰਮ ਕਰਨਗੇ। ਜਿਹੜਾ 2000 ਕਰੋੜ ਰੁਪਏ ਦਾ ਚੂੰਡਾ ਲੱਗ ਰਿਹਾ ਪੰਜਾਬ ਦੇ ਖਜ਼ਾਨੇ ਨੂੰ, ਲਾਉਣ ਵਾਲੇ ਇਹੀ ਬੈਠੇ ਨੇ, ਅਫਸਰ ਹੈ ਜਾਂ ਇਹ ਪੋਲੀਟੀਕਲ ਜਮਾਤ ਆ, ਇਹਨਾਂ ਦੇ ਉੱਤੇ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ। ਸ਼ਰਾਬ ਨੂੰ ਲੈ ਕੇ ਬਹੁਤ ਵੱਡਾ ਮੁੱਦਾ ਬਣ ਗਿਆ ਹੈ। ਪਹਿਲਾਂ ਕੇਂਦਰ ਨੂੰ ਅਪੀਲਾਂ ਕੀਤੀਆਂ ਜਾਂਦੀਆਂ ਨੇ, ਹੁਣ ਆਪ ਦੇ ਕੋਲ ਲੈ ਲਈਏ ਤਾਂ ਆਪ ਵੀ ਕਿਤੇ ਨਾ ਕਿਤੇ ਠੇਕੇਦਾਰ ਨਾਰਾਜ਼ ਆਉਂਦੇ ਨੇ ਕਿ ਸ਼ਰਾਬ ਤੇ ਹੀ ਪੰਜਾਬ ਡਿਪੈਂਡ ਹੋ ਚੁੱਕਿਆ ਆ। ਅਕਾਲੀ ਦਲ ਦਾ ਇਹ ਇਲਜ਼ਾਮ ਕਾਂਗਰਸ ਤੇ ਕਿ ਸ਼ਰਾਬ ਦੀ ਜਿਹੜੀ ਆਮਦਨ ਆ ਇਹ ਸਾਡੇ ਵੇਲੇ ਬਹੁਤ ਜ਼ਿਆਦਾ ਸੀ, ਮਤਲਬ ਪੰਥਕ ਅਕਾਲੀ ਸਰਕਾਰਾਂ ਬੜਾ ਫਖਰ ਮਹਿਸੂਸ ਕਰਦੀਆਂ। ਇੱਥੇ ਹੱਥ ਰੱਖ ਕੇ ਸੁਖਬੀਰ ਸਿੰਘ ਬਾਦਲ ਕਹਿੰਦਾ ਕਿ ਸਾਡੇ ਵੇਲੇ ਸ਼ਰਾਬ ਦੀ ਆਮਦਨ ਜਿਹੜੀ ਸੀ ਕਿ ਬਹੁਤ, ਇਹਦਾ ਮਤਲਬ ਸ਼ਰਾਬ ਦੇ ਵਪਾਰ ਨੂੰ ਦੋਨੋਂ ਪੋਲੀਟੀਕਲ ਪਾਰਟੀਆਂ ਤਰਜੀਹ ਦਿੰਦੀਆਂ। ਦੁੱਖ ਸਾਨੂੰ ਇਸ ਗੱਲ ਦਾ ਵਾ ਕਿ ਇਸ ਦੇਸ਼ ਦਾ ਕ੍ਰਿਮੀਨਲ ਜਸਟਿਸ ਸਿਸਟਮ, ਨਿਆਂ ਪ੍ਰਣਾਲੀ ਇੰਨੀ ਕਮਜ਼ੋਰ ਹੈ ਕਿ ਕਾਤਲਾਂ ਨੂੰ ਨਹੀਂ ਫੜ ਸਕਦੀ। ਅਗਾਊਂ ਜ਼ਮਾਨਤ ਆਮ ਤੌਰ ਤੇ ਆਮ ਜਨਤਾ ਨੂੰ ਕਿਸੇ ਛੋਟੇ ਜਿਹੇ ਮੁਕੱਦਮੇ 'ਚ ਨਹੀਂ ਮਿਲਦੀ, ਇਹਨਾਂ ਨੂੰ ਕਿਡਨੈਪਿੰਗ, ਅਬਡਕਸ਼ਨ ਤੇ ਕਤਲ ਦੇ ਮਾਮਲੇ 'ਚ ਦਿੱਤੀ। ਇਸ ਲਈ ਇਹ ਅਫਸੋਸਨਾਕ ਗੱਲ ਹੈ। ਇਹਨਾਂ ਸਭ ਕੁਝ ਪਤਾ ਹੁੰਦਿਆਂ ਇਹ ਅਖੌਤੀ ਪੰਥਕ ਆਗੂ ਜਵਾਬ ਦੇਣ ਕਿ ਇਹਨਾਂ ਨੇ ਇਸ ਤਰ੍ਹਾਂ ਦੇ ਕ੍ਰਿਮੀਨਲਸ ਨੂੰ ਆਪਣੀ ਸਰਕਾਰ ਵੇਲੇ ਡੀਜੀਪੀ ਕਿਉਂ ਲਾਇਆ। ਇਹਨਾਂ ਦੇ ਕੋਲ ਕੋਈ ਜਵਾਬ ਨਹੀਂ ਗਾ। ਰੋਜ਼ਾਨਾ ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਜੇਕਰ ਪੰਜਾਬ ਦੀ ਗੱਲ ਕਰ ਲਈਏ ਤਾਂ ਜਿੱਥੇ ਕਰੋਨਾ ਦਾ ਸੰਕਟ ਆਇਆ ਹੋਇਆ, ਉੱਥੇ ਸ਼ਰਾਬ ਦੀ ਨੀਤੀ ਨੂੰ ਲੈ ਕੇ ਮੰਤਰੀਆਂ ਦੇ ਅਧਿਕਾਰੀਆਂ ਵਿਚਕਾਰ ਹੋਈ ਤਕਰਾਰਬਾਜ਼ੀ ਤੋਂ ਬਾਅਦ ਸਿਆਸਤ ਕਾਫੀ ਜ਼ਿਆਦਾ ਗਰਮਾ ਚੁੱਕੀ ਹੈ, ਨਵਾਂ ਮੋੜ ਆ ਚੁੱਕਿਆ ਹੈ ਤੇ ਵਿਰੋਧੀ ਧਿਰ ਹੈ ਉਸ ਵੱਲੋਂ ਅਕਸਰ ਮੁੱਦੇ ਉਠਾਏ ਜਾਂਦੇ ਨੇ। ਸਾਡੇ ਨਾਲ ਸੁਖਪਾਲ ਖਹਿਰਾ ਨੇ, ਇਹਨਾਂ ਵੱਲੋਂ ਹਮੇਸ਼ਾ ਜੇਕਰ ਪੰਜਾਬ ਦੇ ਵਿੱਚ ਕੁਝ ਹੋ ਰਿਹਾ ਆ, ਗਲਤ ਹੋ ਰਿਹਾ ਆ ਤਾਂ ਉਹਨੂੰ ਲੈ ਕੇ ਆਵਾਜ਼ ਜ਼ਰੂਰ ਚੱਕੀ ਜਾ ਰਹੀ ਹੈ। ਸੋ ਨਵੇਂ ਸਵਾਲ ਖੜੇ ਕੀਤੇ ਗਏ ਨੇ ਪੰਜਾਬ ਸਰਕਾਰ ਨੂੰ ਲੈ ਕੇ। ਖਹਿਰਾ ਸਾਹਿਬ ਤੋਂ ਪੁੱਛ ਲੈਂਦੇ ਆ ਕਿ ਕੀ ਉਹ ਸਵਾਲ ਨੇ, ਕੀ ਮੁੱਦੇ ਨੇ ਜਿਨ੍ਹਾਂ ਕਰਕੇ ਦੁਬਾਰਾ ਆਵਾਜ਼ ਬੁਲੰਦ ਹੋ ਰਹੀ ਹੈ? ਮੇਰਾ ਖਿਆਲ ਹੈ ਕਿ ਇਹ ਇੱਕ ਬਹੁਤ ਵੱਡਾ ਐਡਮਿਨਿਸਟ੍ਰੇਟਿਵ ਤੇ ਪੋਲੀਟੀਕਲ ਕ੍ਰਾਈਸਿਸ ਹੈ ਪੰਜਾਬ 'ਚ, ਔਰ ਇਹਦਾ ਜਿਹੜਾ ਪਿਛੋਕੜ ਇਸ ਕਰਕੇ ਆ ਕਿ ਪਿਛਲੇ 3 ਸਾਲਾਂ ਤੋਂ ਕੈਪਟਨ ਸਾਹਿਬ ਦੀ ਜਿਹੜਾ ਕਾਰਜਸ਼ੈਲੀ ਹੈ ਨਾ, ਉਹ ਅਫਸਰਸ਼ਾਹੀ ਦੇ ਥਰੂ ਸਰਕਾਰ ਚਲਾ ਰਹੇ ਨੇ। ਪੰਜਾਬ ਦੇ ਵਿੱਚ ਜਿਹੜੀ ਚੁਣੀ ਹੋਈ ਜਮਾਤ ਹੈ, ਜੇ ਆਪਾਂ ਰੂਲਿੰਗ ਪਾਰਟੀ ਦੀ ਗੱਲ ਕਰ ਲਈਏ, ਪਹਿਲਾਂ ਫਰਸਟ੍ਰੇਸ਼ਨ ਜਿਹੜੀ ਸੀ ਥੱਲੇ ਕਾਂਗਰਸ ਕੇਡਰਸ ਵਿੱਚ ਸ਼ੁਰੂ ਹੋਈ, ਸਰਪੰਚ ਪੱਧਰ ਤੇ, ਬਲਾਕ ਸੰਮਤੀ, ਜ਼ਿਲ੍ਹਾ ਪਰਿਸ਼ਦ। ਫਿਰ ਉਸ ਦਾ ਜਿਹੜਾ ਸੇਕ ਸੀਗਾ ਉਹ ਐਮਐਲਏਆਂ ਤੱਕ ਪਹੁੰਚਿਆ। ਐਮਐਲਏਆਂ ਨੇ ਬੜੀ ਬਗਾਵਤ ਕੀਤੀ, ਸੌਹਾਂ ਖਾਦੀਆਂ, ਵਿੱਚੋਂ ਚਲੋ 2-3 ਐਮਐਲਏਜ਼ ਨੂੰ ਵਿੱਚੋਂ ਖਰੀਦ ਲੈਂਦੇ ਸੀਗੇ। ਫਿਰ ਉਹ ਵੱਧਦੀ ਜਿਹੜੀ ਫਰਸਟ੍ਰੇਸ਼ਨ ਸੀਗੀ ਉਹ ਮਿਨਿਸਟਰਸ ਤੱਕ ਪਹੁੰਚ ਗਈ। ਮਿਨਿਸਟਰਸ ਦਾ ਇਹ ਅਲਟੀਮੇਟਮ ਸ਼ਾਇਦ ਦੇਸ਼ ਵਿੱਚ ਪਹਿਲੀ ਵਾਰੀ ਹੋਊਗਾ ਕਿ ਜਾਂ ਸਾਨੂੰ ਰੱਖ ਲਓ ਤੇ ਜਾਂ ਆਪਣੇ ਮੁੱਖ ਸਕੱਤਰ ਨੂੰ ਰੱਖ ਲਓ। ਤੇ ਪਿਛਲੇ 4-5 ਦਿਨ ਤੋਂ ਚੀਫ ਮਿਨਿਸਟਰ ਸਾਹਿਬ ਨੇ ਆਪਣੇ ਮੰਤਰੀਆਂ ਦੀ ਪਰਵਾਹ ਨਹੀਂ ਕੀਤੀ। ਔਰ ਇੱਥੇ ਹੀ ਬਸ ਨਹੀਂ, ਫਿਰ ਅਗਲਾ ਸੰਗੀਨ ਇਲਜ਼ਾਮ ਲਾਇਆ ਇੱਕ ਕਾਂਗਰਸ ਦੇ ਐਮਐਲਏ ਨੇ ਕਿ ਚੀਫ ਸੈਕਟਰੀ ਪੰਜਾਬ ਦਾ ਜਿਹੜਾ ਪਰਿਵਾਰ ਆ, ਉਸ ਨੇ ਕਪੂਰਥਲਾ ਦੀ ਜਗਤਜੀਤ ਇੰਡਸਟਰੀਜ਼ ਨੂੰ, ਇੱਕ ਸ਼ਰਾਬ ਦੀ ਡਿਸਟਿਲਰੀ ਨੂੰ ਬੇਨਾਮੀ ਹਿੱਸਾ ਪਾ ਕੇ ਤੇ ਉਹਨੂੰ ਲੀਜ਼ ਤੇ ਲੈ ਲਿਆ, ਠੇਕੇ ਤੇ ਲੈ ਲਿਆ ਵਾ। ਉਹ ਸਿੱਧਾ ਕੌਨਫਲਿਕਟ ਆਫ ਇੰਟਰਸਟ ਸੀਗਾ, ਕਿਉਂਕਿ ਚੀਫ ਸੈਕਟਰੀ ਦੇ ਕੋਲ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਸੀ ਔਰ ਚੀਫ ਮਿਨਿਸਟਰ ਸਾਹਿਬ ਉਹਦੇ ਮਿਨਿਸਟਰ ਸੀਗੇ। ਤੇ ਉਦੋਂ ਦੀ ਨਾ ਉਹਦੇ ਤੇ ਕੋਈ ਜਾਂਚ ਦੇ ਹੁਕਮ ਆ, ਨਾ ਉਹਨਾਂ ਨੂੰ ਕੋਈ ਕਿਹਾ ਗਿਆ ਕਿ ਤੁਸੀਂ ਪਿੱਛੇ ਹਟ ਜਾਓ। ਇਹਦਾ ਮਤਲਬ ਇਹ ਆ ਕਿ ਜਾਂ ਤਾਂ ਚੀਫ ਮਿਨਿਸਟਰ ਸਾਹਿਬ ਨੂੰ ਪਤਾ ਹੀ ਨਹੀਂਗਾ ਕਿ ਮੇਰੇ ਮਹਿਕਮੇ ਵਿੱਚ ਮੇਰਾ ਫਾਈਨੈਂਸ਼ੀਅਲ ਕਮਿਸ਼ਨਰ ਦਾ ਪਰਿਵਾਰ ਕੀ ਕਰ ਰਿਹਾ, ਤੇ ਜੇ ਪਤਾ ਵਾ ਤੇ ਫਿਰ ਹੋਰ ਵੀ ਬਹੁਤ ਮਾੜੀ ਗੱਲ ਹੈ। ਤੀਜਾ ਇਸ਼ੂ ਜਿਹੜਾ ਅੱਜ ਹੋਰ ਵੀ ਜ਼ਿਆਦਾ ਖਤਰਨਾਕ ਉੱਠਿਆ ਕਿ ਕਾਂਗਰਸ ਦੇ 12 ਐਮਐਲਏ ਇਕੱਠੇ ਹੋਏ, ਉਹਨਾਂ ਨੇ ਕਿਹਾ ਜੀ ਇਹ ਸਾਰੇ ਸ਼ਰਾਬ ਦੀ, ਗੈਰ ਕਾਨੂੰਨੀ ਵਪਾਰ ਦੀ ਤੇ ਚੀਫ ਸੈਕਟਰੀ ਦੇ ਕੌਨਫਲਿਕਟ ਆਫ ਇੰਟਰਸਟ ਦੀ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ। ਇਹਦਾ ਮਤਲਬ ਇਹ ਹੋਇਆ ਕਿ ਕਾਂਗਰਸ ਦੇ ਐਮਐਲਏਜ਼ ਨੂੰ ਆਪਣੀ ਸਰਕਾਰ ਦੀ ਪੁਲਿਸ ਤੇ, ਆਪਣੇ ਵਿਜੀਲੈਂਸ ਡਿਪਾਰਟਮੈਂਟ ਤੇ ਕੋਈ ਭਰੋਸਾ ਨਹੀਂਗਾ। ਇਹ ਨੌਬਤ ਅੱਜ ਪੰਜਾਬ ਦੇ ਵਿੱਚ ਆਈ ਹੋਈ ਆ ਔਰ ਮੇਰਾ ਇਹ ਮੰਨਣਾ ਵਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਰਵੱਈਏ ਨੂੰ ਨਹੀਂ ਬਦਲਣਗੇ। ਹੁਣ ਮੁਨੱਸਰ ਇਹਨਾਂ ਦੇ ਉੱਤੇ ਡਿਪੈਂਡ ਕਰਦਾ ਵਾ, ਮਿਨਿਸਟਰਸ ਤੇ, ਐਮਐਲਏਜ਼ ਤੇ, ਕਿ ਆਪਣੇ ਐਲੀਗੇਸ਼ਨਸ ਤੇ ਆਪਣੇ ਇਲਜ਼ਾਮਾਂ ਤੇ ਕਾਇਮ ਲੈਂਦੇ ਨੇ
ਕਿ ਜਾਂ ਫਿਰ ਮਾੜੇ ਮੋਟੇ ਧਮਕੀ ਜਾਂ ਡਰ ਜਾਂ ਪਰਚੇ ਤੋਂ ਡਰਦੇ ਤੇ ਆਪੇ ਪਿੱਛੇ ਹਟ ਜਾਣਗੇ ਤੇ ਉਸੇ ਤਨਖਾਹ ਤੇ ਕੰਮ ਕਰਨ, ਕਿਉਂਕਿ ਇਹ ਵੀ ਗੱਲ ਨਜ਼ਰ ਆ ਰਹੀ ਹੈ ਕਿ ਮਿਨਿਸਟਰਸ ਨੂੰ ਇੰਟੀਮੀਡੇਟ ਕੀਤਾ ਜਾ ਰਿਹਾ। ਮਿਨਿਸਟਰ ਨੂੰ ਕਿਹਾ ਜਾ ਰਿਹਾ ਕਿ ਇਹ ਜਿਹੜੇ ਆਪਣੇ ਇਲਜ਼ਾਮ ਵਾਪਸ ਲੈ ਲਓ, ਨਹੀਂ ਤਾਂ ਤੇਰੇ ਤੇ ਉਹ ਜਿਹੜੀ ਔਰਤ ਵਾਲੀ ਸ਼ਿਕਾਇਤ ਹੈ ਅਸੀਂ ਤੇਰੇ ਤੇ ਮੁੜ ਕੇ ਪਰਚਾ ਦਰਜ ਕਰਾਂਗੇ। ਸੋ ਬਹੁਤ ਅਫਸੋਸਨਾਕ ਹਾਲਾਤ ਨੇ, ਬਹੁਤ ਮਿਆਰ ਗਿਰਿਆ ਹੋਇਆ ਵਾ, ਔਰ ਮੈਂ ਸਮਝਦਾ ਕਿ ਇਹਦਾ ਤੁਰੰਤ ਇਸ ਗੱਲ ਦਾ ਨਤੀਜਾ ਨਿਕਲਣਾ ਚਾਹੀਦਾ। ਅਸੀਂ ਓਪੋਜੀਸ਼ਨ 'ਚ ਰਹਿ ਕੇ ਕਾਂਗਰਸ ਦੇ ਜਿਹੜੇ MLAs ਨੇ ਇਲਜ਼ਾਮ ਲਾਏ ਉਹਦੀ ਅਸੀਂ ਹਮਾਇਤ ਕਰਦੇ ਹਾਂ, ਔਰ ਅਸੀਂ ਚਾਹੁੰਦੇ ਹਾਂ ਕਿ ਪੁਖਤਾ ਟਰਾਂਸਪੇਰੈਂਟ ਅਕਾਊਂਟੇਬਲ ਇਨਕੁਆਇਰੀ ਹੋਣੀ ਚਾਹੀਦੀ, ਔਰ ਭਾਵੇਂ ਕੋਈ ਆ ਕੱਲਾ ਚੀਫ ਸੈਕਟਰੀ ਨਹੀਂ, ਇਸ ਇਨਕੁਆਇਰੀ ਦੇ ਦਾਇਰੇ ਵਿੱਚ ਨਾ ਜਿਹੜਾ ਸ਼ਰਾਬ ਦਾ ਮਾਫੀਆ ਵਾ, ਜਿਹੜਾ ਨੰਬਰ 2 ਦਾ ਵਪਾਰ ਚੱਲ ਰਿਹਾ, ਔਰ ਨਾਲ ਪੋਲੀਟੀਕਲ ਜਿਹੜੇ ਪਰਿਵਾਰ ਨੇ ਜਿਹੜੇ ਸ਼ਰਾਬ ਦੀਆਂ ਮਿੱਲਾਂ ਚਲਾ ਰਹੇ ਨੇ। ਰਾਣਾ ਗੁਰਜੀਤ ਸਿੰਘ ਕਾਂਗਰਸ ਦਾ MLA, ਦੀਪ ਮਲਹੋਤਰਾ ਅਕਾਲੀ ਦਲ ਦਾ ਸਾਬਕਾ MLA, ਕੱਲ੍ਹ ਸੁਖਬੀਰ ਸਿੰਘ ਬਾਦਲ ਇਲਜ਼ਾਮ ਲਾ ਰਹੇ ਸੀ ਨਾ ਉਹਨਾਂ ਦੇ ਆਪਣੇ ਪਾਰਟੀ ਵਿੱਚ ਮਾਫੀਆ ਬੈਠਾ ਵਾ। ਇਹ ਸਾਰੇ ਦਾਇਰੇ ਦੀ ਜਾਂਚ ਵਿੱਚ ਹੋਣੇ ਚਾਹੀਦੇ, ਕਿਉਂਕਿ ਜਿਹੜਾ 2000 ਕਰੋੜ ਰੁਪਏ ਦਾ ਚੂੰਡਾ ਲੱਗ ਰਿਹਾ ਪੰਜਾਬ ਦੇ ਖਜ਼ਾਨੇ ਨੂੰ, ਲਾਉਣ ਵਾਲੇ ਇਹੀ ਬੈਠੇ ਨੇ, ਅਫਸਰ ਹੈ ਜਾਂ ਇਹ ਪੋਲੀਟੀਕਲ ਜਮਾਤ ਆ, ਇਹਨਾਂ ਦੇ ਉੱਤੇ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ। ਜਮਾਤ ਦੀ ਗੱਲ ਕਰਦੇ ਹੋ, ਜੇਕਰ ਆਹ ਦਿਨਾਂ ਦੀ ਗੱਲ ਕਰ ਲਈਏ ਜਦੋਂ ਦਾ ਅਧਿਕਾਰੀਆਂ ਦੇ ਨਾਲ ਤਕਰਾਰਬਾਜ਼ੀ ਚੱਲ ਰਹੀ ਹੈ, ਵਿਰੋਧੀ ਮੰਤਰੀ ਨੇ, ਵਿਰੋਧੀ ਨੇਤਾ ਨੇ, ਉਹ ਕਾਂਗਰਸ ਦੇ ਮੰਤਰੀਆਂ ਦੇ ਇਲਜ਼ਾਮ ਲਾਉਂਦੇ ਨੇ, ਕਾਂਗਰਸ ਮੰਤਰੀ ਆਪ ਦਾ ਭੱਲਾ ਚਾੜਦੇ ਹੋਏ ਮੁੱਖ ਸਕੱਤਰ ਤੇ ਇਲਜ਼ਾਮ ਲਾਉਂਦੇ ਨੇ। ਇਹ ਰਣਨੀਤੀ ਨੂੰ ਕਿਵੇਂ ਦੇਖਦੇ ਹੋ? ਦੇਖੋ, ਗੱਲ ਇਹ ਆ ਕਿ ਜਿਹੜੇ ਅਕਾਲੀ ਦਲ ਹੈ ਨਾ ਜੀ, ਉਹਨਾਂ ਨੇ ਉਹ ਹਰ ਉਸ ਮਾਫੀਆ ਲਈ ਜ਼ਿੰਮੇਵਾਰ ਨੇ ਜਿਹੜਾ ਅੱਜ ਪੰਜਾਬ ਦੇ ਵਿੱਚ ਪਰਬਲ ਆ। ਅੱਜ ਤਾਂ ਸਿਰਫ ਸ਼ਰਾਬ ਮਾਫੀਆ ਦੀ ਗੱਲ ਕਰ ਰਹੇ, ਸੁਖਬੀਰ ਸਿੰਘ ਬਾਦਲ ਭੁੱਲ ਗਏ ਨੇ ਕਿ ਉਹਨਾਂ ਦੇ ਆਪਣੇ ਜਿਹੜੇ ਮਿਨਿਸਟਰਸ ਤੇ ਉਹਨਾਂ ਦੇ MLAs ਸ਼ਰਾਬ ਦੇ ਕਾਰੋਬਾਰੀ ਨੇ, ਅੱਜ ਵੀ ਹੈਗੇ ਨੇ। ਜੇ ਉਹ ਡਰੱਗਸ ਦੀ ਗੱਲ ਕਰਨ ਤਾਂ ਉਹ ਇਹ ਸਾਰੀਆਂ ਜਿਹੜੀਆਂ ਮਾਫੀਆ ਦੀ ਲੀਹਾਂ ਪਾਈਆਂ ਸੀ, ਇਹ ਅਕਾਲੀ ਦਲ ਵੇਲੇ ਪਾਈਆਂ ਨੇ। ਅਕਾਲੀ ਦਲ ਇਸ ਕ੍ਰਾਈਸਿਸ ਨੂੰ ਇਹਦਾ ਲਾਹਾ ਪੋਲੀਟੀਕਲ ਲੈਣਾ ਚਾਹੁੰਦਾ ਤੇ ਸਿੱਧਾ ਕਾਂਗਰਸ ਦੇ ਮਿਨਿਸਟਰਸ ਤੇ ਪੋਲੀਟੀਕਲ ਹਮਲਾ ਕਰ ਰਿਹਾ, ਅਫਸਰਸ਼ਾਹੀ ਨੂੰ ਵਿੱਚੋਂ ਬਚਾ ਰਿਹਾ ਵਾ। ਇਸ ਲਈ ਇਹ ਉਹਨਾਂ ਦੀ ਪੋਲੀਟੀਕਲ ਕਿਹੜ ਆ। ਸਾਡਾ ਇਹ ਮੰਨਣਾ ਕਿ ਅਗਰ ਟਰਾਂਸਪੇਰੈਂਟ ਜਾਂਚ ਹੋਵੇ, ਉਹਦੇ 'ਚ ਅਫਸਰਸ਼ਾਹੀ ਦਾ ਵੀ ਰੋਲ ਆਵੇ, ਉਹਦੇ 'ਚ ਪੋਲੀਟੀਕਲ ਤਾਕਤਵਰ ਲੋਕਾਂ ਦਾ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਸੁੱਟਿਆ। ਚਲੋ ਪਹਿਲਾਂ ਸ਼ਰਾਬ ਦੀ ਗੱਲ ਹੀ ਕਰ ਲਈਏ। ਇਸ ਦਾਇਰੇ ਵਿੱਚ ਸਾਰਿਆਂ ਦਾ ਰੋਲ ਉਸ ਜਿਹੜਾ ਆਉਣਾ ਚਾਹੀਦਾ ਜਾਂਚ ਦੇ ਦਾਇਰੇ ਵਿੱਚ, ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ। ਸ਼ਰਾਬ ਦੀ ਗੱਲ ਹੁੰਦੀ ਹੈ, ਸ਼ਰਾਬ ਨੂੰ ਲੈ ਕੇ ਬਹੁਤ ਵੱਡਾ ਮੁੱਦਾ ਬਣ ਗਿਆ ਹੈ। ਪਹਿਲਾਂ ਕੇਂਦਰ ਨੂੰ ਅਪੀਲਾਂ ਕੀਤੀਆਂ ਜਾਂਦੀਆਂ ਨੇ, ਹੁਣ ਆਪ ਦੇ ਕੋਲ ਲੈ ਲਈਏ ਤਾਂ ਆਪ ਵੀ ਕਿਤੇ ਨਾ ਕਿਤੇ ਠੇਕੇਦਾਰ ਨਾਰਾਜ਼ ਆਉਂਦੇ ਨੇ। ਕੀ ਸ਼ਰਾਬ ਤੇ ਹੀ ਪੰਜਾਬ ਡਿਪੈਂਡ ਹੋ ਚੁੱਕਿਆ ਆ? ਬਹੁਤ ਸ਼ਰਮਨਾਕ ਜੀ ਗੱਲ ਆ। ਪਹਿਲਾਂ ਕੈਪਟਨ ਸਾਹਿਬ ਦਾ ਇਹ ਬਿਆਨ ਕਿ ਸ਼ਰਾਬ ਦੀ ਵਿਕਰੀ ਖੋਲ੍ਹੋ, ਫਿਰ ਅਕਾਲੀ ਦਲ ਦਾ ਇਹ ਇਲਜ਼ਾਮ ਕਾਂਗਰਸ ਤੇ ਕਿ ਸ਼ਰਾਬ ਦੀ ਜਿਹੜੀ ਆਮਦਨ ਆ ਇਹ ਸਾਡੇ ਵੇਲੇ ਬਹੁਤ ਜ਼ਿਆਦਾ ਸੀ। ਮਤਲਬ ਪੰਥਕ ਅਕਾਲੀ ਸਰਕਾਰਾਂ ਬੜਾ ਫਖਰ ਮਹਿਸੂਸ ਕਰਦੀਆਂ, ਇੱਥੇ ਹੱਥ ਰੱਖ ਕੇ ਸੁਖਬੀਰ ਸਿੰਘ ਬਾਦਲ ਕਹਿੰਦਾ ਕਿ ਸਾਡੇ ਵੇਲੇ ਸ਼ਰਾਬ ਦੀ ਆਮਦਨ ਜਿਹੜੀ ਸੀ ਬਹੁਤ। ਇਹਦਾ ਮਤਲਬ ਸ਼ਰਾਬ ਦੇ ਵਪਾਰ ਨੂੰ ਦੋਨੋਂ ਪੋਲੀਟੀਕਲ ਪਾਰਟੀਆਂ ਤਰਜੀਹ ਦਿੰਦੀਆਂ। ਔਰ ਇੱਥੇ ਹੀ ਬਸ ਨਹੀਂ, ਪੰਜਾਬ ਕਿਹੜੇ ਕ੍ਰਾਈਸਿਸ 'ਚੋਂ ਲੰਘ ਰਿਹਾ। ਸਾਡੇ ਜਿਹੜੇ ਫਰੰਟ ਲਾਈਨ ਵਰਕਰਸ ਨੇ, ਕਰੋਨਾ ਵਾਇਰਸ ਨਾਲ ਲੜ ਰਹੇ ਨੇ, ਡਾਕਟਰ, ਨਰਸਾਂ, ਫਾਰਮਾਸਿਸਟ, ਉਹਨਾਂ ਦੇ ਕੋਲ ਵਿਚਾਰਿਆਂ ਕੋਲ ਕੋਈ ਸਾਧਨ ਨਹੀਂ, ਕੋਈ ਕਿੱਟਾਂ ਨਹੀਂ, ਕੋਈ ਮਾਸਕ ਨਹੀਂ ਗੇ। ਪੰਜਾਬ ਦਾ ਗਰੀਬ ਤਬਕਾ ਰਾਸ਼ਨ ਨੂੰ ਤਰਾ ਕਰ ਰਿਹਾ, ਉਹਨਾਂ ਦੇ ਕੋਲ ਕੋਈ ਸਾਧਨ ਨਹੀਂ, ਉਹਨਾਂ ਦੀਆਂ ਨੌਕਰੀਆਂ ਖਤਮ ਹੋ ਚੁੱਕੀਆਂ। ਇਹ ਗੱਲਾਂ ਡਿਸਕਸ ਨਹੀਂ ਹੋ ਰਹੀਆਂ ਕੈਬਨਿਟ ਮੀਟਿੰਗ ਕਈ ਹਫ਼ਤਿਆਂ ਬਾਅਦ ਆਉਂਦੀ ਆ ਜਾਂ ਕੁਝ ਦਿਨਾਂ ਬਾਅਦ ਆਉਂਦੀ ਆ। ਉਹਦੇ 'ਤੇ ਔਨਲਾਈਨ ਸ਼ਰਾਬ ਹੋਮ ਡਿਲੀਵਰੀ ਕਿੱਦਾਂ ਭੇਜਣੀ ਆ, ਇਹ ਉਹ ਏਜੰਡਾ ਰੱਖਿਆ ਜਾਂਦਾ। ਸੋ ਇਸ ਲਈ ਮੈਂ ਸਮਝਦਾ ਕਿ ਕਿਉਂਕਿ ਇਸ ਵਪਾਰ ਦੇ ਵਿੱਚ ਪੈਸਾ ਬਹੁਤ ਆ, ਇਸ ਵਪਾਰ ਵਿੱਚ ਨੰਬਰ 2 ਦਾ ਪੈਸਾ ਬਹੁਤ ਆ, ਇਸ ਕਰਕੇ ਇਸ ਵਪਾਰ ਨੂੰ ਕਰੰਟ ਗਵਰਨਮੈਂਟ ਤਰਜੀਹ ਦੇ ਰਹੀ ਹੈ। ਇਹਦੇ ਤੇ ਕੋਈ ਇਮਾਨਦਾਰੀ ਨਾਲ ਜਾਂਚ ਹੋਊਗੀ ਤਾਂਹੀਓ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕਦਾ। ਜਾਂਚ ਦੀ ਗੱਲ ਉਠਾ ਰਹੇ ਹੋ ਤਾਂ ਜਾਂਚ ਸਾਬਕਾ DGP ਸੁਮੇਧ ਸੈਣੀ ਦੇ ਮਾਮਲੇ 'ਚ ਵੀ ਮੰਗੀ ਜਾ ਰਹੀ ਹੈ। ਬੇਸ਼ੱਕ ਦੀ ਪਟੀਸ਼ਨ ਜੇ ਸੁਣਵਾਈ ਹੁੰਦੀ ਹੈ, ਮਨਜ਼ੂਰੀ ਮਿਲ ਜਾਂਦੀ, ਜ਼ਮਾਨਤ ਦੀ ਮਨਜ਼ੂਰੀ ਮਿਲ ਜਾਂਦੀ ਹੈ, ਲੇਕਿਨ ਹਜੇ ਵੀ ਵਿਰੋਧ ਹੋ ਰਿਹਾ, ਹਜੇ ਵੀ ਇਲਜ਼ਾਮ ਲੱਗ ਰਹੇ ਨੇ ਕਿ ਸੁਮੇਧ ਸੈਣੀ ਦੀ ਜਾਂਚ ਆ ਵੱਡੇ ਪੱਧਰ ਤੇ ਹੋਣੀ ਚਾਹੀਦੀ ਹੈ, SIT ਦਾ ਗਠਨ ਵੀ ਹੁੰਦਾ ਆ। ਸੋ ਕਿਵੇਂ ਦੇਖ ਰਹੇ ਹੋ, ਕੋਈ ਪੋਲੀਟੀਕਲ ਪ੍ਰੈਸ਼ਰ ਹੈ ਜਾਂ ਇਹ ਮੁੱਦੇ ਸਿਰਫ ਉਦੋਂ ਹੀ ਉੱਠਦੇ ਨੇ ਜਾਂ ਪੋਲੀਟੀਕਲ ਮੁੱਦਾ ਹੀ ਬਣ ਚੁੱਕਿਆ ਹੈ ਕਿ ਜਦੋਂ ਅਹੁਦੇ ਤੋਂ ਹਟ ਗਏ ਤੇ ਹੁਣ ਮਾਮਲੇ ਸਾਹਮਣੇ ਆ ਰਹੇ ਨੇ? ਨਹੀਂ, ਪਹਿਲੀ ਗੱਲ ਤਾਂ ਜੀ ਬੜਾ ਦੁੱਖ ਆ ਕਿ ਜਿਹੜੇ ਸੁਮੇਧ ਸਿੰਘ ਸੈਣੀ ਵਰਗੇ, KPS ਗਿੱਲ ਵਰਗੇ, JF ਰਬੇਰੋ ਵਰਗੇ, ਇਹ ਸਾਰੇ ਕ੍ਰਿਮੀਨਲਸ ਨੇ ਯੂਨੀਫਾਰਮ 'ਚ। ਇਹਨਾਂ ਲੋਕਾਂ ਨੇ ਸੰਵਿਧਾਨ ਨੂੰ ਛਿੱਕੇ ਤੇ ਟੰਗ ਕੇ ਬਹੁਤ ਸਾਰੇ ਪਰਿਵਾਰਾਂ ਨੂੰ, ਸ਼ਾਇਦ ਸੈਂਕੜਿਆਂ ਦੀ ਤਾਦਾਦ ਵਿੱਚ ਬੇਗੁਨਾਹ ਲੋਕਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ। ਔਰ ਇਹ ਜਿਹੜਾ ਸੁਮੇਧ ਸਿੰਘ ਸੈਣੀ, ਇਹਦੇ ਤੇ ਪਹਿਲਾਂ ਇਹ ਮੁਕੱਦਮਾ ਨਹੀਂਗਾ। ਸੈਣੀ ਮੋਟਰਸ ਦੇ ਕੇਸ ਨੂੰ ਲੈ ਕੇ ਟ੍ਰਿਪਲ ਮਰਡਰ ਦਿੱਲੀ ਦੀ CBI ਅਦਾਲਤ ਵਿੱਚ 1994 ਦਾ ਮੁਕੱਦਮਾ ਚੱਲ ਰਿਹਾ ਵਾ। ਦੁੱਖ ਸਾਨੂੰ ਇਸ ਗੱਲ ਦਾ ਵਾ ਕਿ ਇਸ ਦੇਸ਼ ਦਾ ਕ੍ਰਿਮੀਨਲ ਜਸਟਿਸ ਸਿਸਟਮ, ਨਿਆਂ ਪ੍ਰਣਾਲੀ ਇੰਨੀ ਕਮਜ਼ੋਰ ਆ ਕਿ ਕਾਤਲਾਂ ਨੂੰ ਨਹੀਂ ਫੜ ਸਕਦੀ। ਬਲਵੰਤ ਸਿੰਘ ਮੁਲਤਾਨੀ ਦਾ ਕੇਸ 29 ਸਾਲ ਪੁਰਾਣਾ ਵਾ, ਬੜੀ ਮੁਸ਼ਕਿਲ ਨਾਲ FIR ਦਰਜ ਹੋਈ। ਇੱਕ ਥੱਲੜੀ ਅਦਾਲਤ ਨੇ ਐਂਟੀਸਪੇਟਰੀ ਬੇਲ ਦਿੱਤੀ
ਅਗਾਊਂ ਜ਼ਮਾਨਤ ਆਮ ਤੌਰ ਤੇ ਆਮ ਜਨਤਾ ਨੂੰ ਕਿਸੇ ਛੋਟੇ ਜਿਹੇ ਮੁਕੱਦਮੇ 'ਚ ਨਹੀਂ ਮਿਲਦੀ, ਇਹਨਾਂ ਨੂੰ ਕਿਡਨੈਪਿੰਗ, ਅਬਡਕਸ਼ਨ ਤੇ ਕਤਲ ਦੇ ਮਾਮਲੇ 'ਚ ਦਿੱਤੀ। ਇਸ ਲਈ ਇਹ ਅਫਸੋਸਨਾਕ ਗੱਲ ਆ। ਦੂਜਾ ਮੈਂ ਕਹਿਣਾ ਚਾਹੁੰਦਾ ਕਿ ਚਲੋ ਇਹਨਾਂ ਕਾਂਗਰਸ 'ਤੇ ਤਾਂ ਇਹ ਇਲਜ਼ਾਮ ਸੀਗਾ ਕਿ ਇਹਨਾਂ ਨੇ ਸਾਡੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਸਿੱਖਾਂ ਦਾ ਕਤਲੇਆਮ ਕੀਤਾ। ਇਹ ਤਾਂ ਇਦਾਂ ਦੇ ਆਫਸਰਸ ਨੂੰ ਪੈਟਰਨਾਈਜ਼ ਕਰ ਸਕਦੇ ਆ। ਅਕਾਲੀ ਦਲ ਦੱਸਣ, ਬਾਦਲ ਦਾ ਪਰਿਵਾਰ ਦੱਸੇ ਕਿ ਇਹਨਾਂ ਨੇ ਸੁਮੇਧ ਸਿੰਘ ਸੈਣੀ ਨੂੰ ਡੀਜੀਪੀ ਕਿਉਂ ਲਾਇਆ। ਇਹਨਾਂ ਨੂੰ ਪਤਾ ਸੀਗਾ ਕਿ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਇਸ ਬਲਵੰਤ ਸਿੰਘ ਮੁਲਤਾਨੀ ਨੂੰ ਮਾਰਿਆ। ਇਹਨਾਂ ਨੂੰ ਪਤਾ ਸੀਗਾ ਕਿ ਉਹਦੇ ਖਿਲਾਫ CBI ਦੀ ਅਦਾਲਤ ਵਿੱਚ ਟ੍ਰਿਪਲ ਮਰਡਰ ਕੇਸ ਚੱਲ ਰਿਹਾ। ਇਹਨਾਂ ਨੂੰ ਪਤਾ ਸੀਗਾ ਕਿ ਇਸ ਸੈਣੀ ਨੇ ਦਵਿੰਦਰਪਾਲ ਭੁੱਲਰ ਦੇ ਪਿਤਾ ਔਰ ਉਹਦੇ ਮਾਸੜ ਨੂੰ ਐਲੀਮੀਨੇਟ ਕੀਤਾ। ਇਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦੀਆਂ ਕੈਟਸ ਨੇ, ਪਿੰਕੀ ਜਾਂ ਜਿਹੜੇ ਪੂਲੇ ਵਰਗੇ ਕੈਟ ਸੀ, ਇਹਨਾਂ ਲੋਕਾਂ ਨੇ ਜਟਾਣੇ ਦੇ ਸਮੂਹ ਪਰਿਵਾਰ ਨੂੰ ਰੋਪੜ ਜ਼ਿਲ੍ਹੇ ਵਿੱਚ ਚੱਕ ਕੇ ਨਾ ਸਿਰਫ ਮਾਰਿਆ ਪਰ ਉਹਨਾਂ ਦੇ ਘਰ ਸਾੜਤੇ। ਇਹਨਾਂ ਸਭ ਕੁਝ ਪਤਾ ਹੁੰਦਿਆਂ ਇਹ ਅਖੌਤੀ ਪੰਥਕ ਆਗੂ ਜਵਾਬ ਦੇਣ ਕਿ ਇਹਨਾਂ ਨੇ ਇਸ ਤਰ੍ਹਾਂ ਦੇ ਕ੍ਰਿਮੀਨਲਸ ਨੂੰ ਆਪਣੀ ਸਰਕਾਰ ਵੇਲੇ ਡੀਜੀਪੀ ਕਿਉਂ ਲਾਇਆ। ਇਹਨਾਂ ਦੇ ਕੋਲ ਕੋਈ ਜਵਾਬ ਨਹੀਂਗਾ। ਔਰ ਇਸੇ ਡੀਜੀਪੀ ਦੇ ਦੌਰਾਨ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਾਰੇ ਜਿਹੜੇ ਮਸਲੇ ਹੋਏ ਬੇਅਦਬੀ ਦੇ, ਇਸੇ ਡੀਜੀਪੀ ਦੀ ਅੱਖ ਦੇ ਥੱਲੇ ਗੋਲੀ ਚੱਲੀ, ਬਹਿਬਲ ਕਲਾਂ ਵਿੱਚ 2 ਨੌਜਵਾਨ ਮਾਰੇ ਗਏ। ਇਸੇ ਡੀਜੀਪੀ ਨੇ ਬਿਆਨ ਦਿੱਤਾ ਹੋਇਆ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋ ਕਿ 14 ਅਕਤੂਬਰ ਦੀ ਤੜਕੇ 2015 ਨੂੰ 2 ਵਜੇ ਤੜਕੇ ਮੈਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਟੈਲੀਫੋਨ ਆਉਂਦਾ ਵਾ। ਇਹਦਾ ਮਤਲਬ ਇਹਨਾਂ ਦੀ ਸਾਰਿਆਂ ਦੀ ਸ਼ਮੂਲੀਅਤ ਆ। ਇਸ ਲਈ ਜਿੱਥੇ ਕਾਂਗਰਸ ਤੇ ਇਹ ਬਣਦਾ ਕਿ ਇਹਨਾਂ ਨੇ 29 ਸਾਲ ਕੁਝ ਨਹੀਂ ਕੀਤਾ, ਉੱਥੇ ਅਕਾਲੀ ਇਹ ਜ਼ਰੂਰ ਦੱਸਣ ਕਿ ਇਸ ਤਰ੍ਹਾਂ ਦੇ ਬੰਦੇ ਨੂੰ ਡੀਜੀਪੀ ਕਿਉਂ ਲਾਇਆ ਔਰ 7 ਅਫਸਰਸ ਨੂੰ ਸੁਪਰਸੀਡ ਕੀਤਾ। ਇਹਨਾਂ ਨੂੰ ਕੋਈ ਚੱਜ ਦਾ ਡੀਜੀਪੀ, ਕੋਈ ਸਿੱਖ ਅਫਸਰ ਨਹੀਂ ਲੱਭਿਆ ਪੰਜਾਬ ਦੇ ਵਿੱਚ ਲਾਉਣ ਲਈ। ਇਸ ਲਈ ਇਹਨਾਂ ਨੂੰ ਜਨਤਕ ਤੌਰ ਤੇ ਮਾਫੀ ਮੰਗਣੀ ਚਾਹੀਦੀ। ਮਾਫੀਆਂ ਦੀ ਗੱਲ ਹੋ ਰਹੀ ਆ, ਨਾਲ ਦੀ ਨਾਲ ਵੱਡੇ ਮੁੱਦੇ ਸਾਹਮਣੇ ਆ ਰਹੇ ਨੇ, ਲੇਕਿਨ ਜੋ ਬੀਤੇ ਦਿਨ ਐਲਾਨ ਹੁੰਦਾ ਆ 20 ਲੱਖ ਕਰੋੜ ਦੇ ਪੈਕੇਜ ਦਾ, ਉਹਨੂੰ ਕਿਵੇਂ ਦੇਖਦੇ ਹੋ? ਪਿਛਲੇ ਜਿੰਨੀਆਂ ਵੀ ਗ੍ਰਾਂਟਾਂ ਜਾਂ ਪਿਛਲੇ ਜਿੰਨੇ ਵੀ ਪੈਸੇ ਆ ਸਾਰਿਆਂ ਨੂੰ ਜੋੜ ਕੇ ਪ੍ਰਧਾਨ ਮੰਤਰੀ ਕਹਿੰਦੇ ਨੇ ਕਿ GDP ਦਾ 10% ਦਿੱਤਾ, ਜਦ ਕਿ ਬਾਕੀ ਦੇਸ਼ਾਂ ਦਾ ਵੇਖਿਆ ਜਾਵੇ ਸਾਰਿਆਂ ਨਾਲੋਂ ਘੱਟ ਆ ਹਜੇ ਵੀ। ਦੇਖੋ ਗੱਲ ਇਹ ਹੈਗੀ ਆ ਕਿ ਇਹਨੂੰ ਨਾ ਆਪਣੇ ਦੇਸ਼ ਵਿੱਚ ਇੱਕ ਰਿਵਾਜ ਬਣ ਗਿਆ, ਇਹਨੂੰ ਕਹਿੰਦੇ ਨੇ ਜਗਲਰੀ ਆਫ ਵਰਡਸ ਐਂਡ ਫਜਿੰਗ ਆਫ ਫਿਗਰਸ। ਚਾਹੇ ਤੁਸੀਂ ਪੰਜਾਬ ਦਾ ਬਜਟ ਖੋਲ੍ਹ ਕੇ ਦੇਖ ਲਓ, ਇੰਡੀਆ ਦਾ ਖੋਲ੍ਹ ਕੇ ਦੇਖ ਲਓ, ਇਹ ਐਡਾ ਵੱਡਾ ਲਫ਼ਜ਼ਾਂ ਦਾ ਹੇਰ ਫੇਰ ਕਰ ਸਕਦੇ ਨੇ ਔਰ ਫਿਗਰਾਂ ਨੂੰ ਇਸ ਤਰ੍ਹਾਂ ਤਰੋੜ ਮਰੋੜ ਕੇ ਪੇਸ਼ ਕਰਦੇ ਨੇ ਜਿਵੇਂ ਕਿ ਅਸੀਂ ਬਹੁਤ ਕੁਝ। ਇਹ ਜਿਹੜਾ 20 ਲੱਖ ਕਰੋੜ ਦਾ ਪੈਕੇਜ ਆ, ਤੁਸੀਂ ਅਲਟੀਮੇਟਲੀ ਐਂਡ ਆਫ ਦਾ ਡੇ ਦੇਖ ਲੈਣਾ, ਇਹਦੇ ਵਿੱਚ ਆਮ ਵਰਗ ਵਾਸਤੇ ਕੁਝ ਨਹੀਂ ਹੋਵੇਗਾ। ਅਗਰ ਕੁਝ ਹੋਵੇਗਾ ਤੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਸਹੂਲਤ ਦਿੱਤੀ ਜਾਵੇਗੀ। ਔਰ ਦੂਸਰਾ ਕਿ ਇਸ ਦੇਸ਼ ਦਾ ਕੁੱਲ ਰੈਵਨਿਊ ਜਿਹੜੀ ਆਮਦਨ ਆ ਉਹ 30 ਲੱਖ ਕਰੋੜ ਰੁਪਈਆ, ਜਿਹੜੀ ਸਰਕਾਰ ਕਹਿੰਦੀ ਅਸੀਂ 20 ਲੱਖ ਕਰੋੜ ਰੁਪਇਆ, 30 ਲੱਖ ਚੋਂ 90% ਆਮਦਨ ਅਸੀਂ ਇਸ ਪੈਕੇਜ ਦਿੱਤੀ ਤੇ ਫਿਰ ਬਾਕੀ ਸਰਕਾਰ ਕਿੱਦਾਂ ਚਲਾਉਣਗੇ? ਤਾਂ ਮੈਨੂੰ ਲੱਗਦਾ ਕਿ ਇਹਦਾ ਅਸਲ ਜਿਹੜਾ ਅਰਥ ਹੈ ਤੇ ਪਤਾ ਉਹ ਜਦੋਂ ਜ਼ਮੀਨ ਤੇ ਆਮ ਕਿਸਾਨ ਜਾਂ ਖੇਤ ਮਜ਼ਦੂਰ ਜਾਂ ਲੋਅਰ ਮਿਡਲ ਕਲਾਸ ਜਾਂ ਮਿਡਲ ਕਲਾਸ ਨੂੰ ਕੋਈ ਫਾਇਦਾ ਪਹੁੰਚੇਗਾ ਉਦੋਂ ਪਤਾ ਲੱਗੇਗਾ। ਬਿਲਕੁਲ, ਜਦੋਂ ਜ਼ਮੀਨੀ ਪੱਧਰ ਤੇ ਕੰਮ ਹੋਣਗੇ ਉਦੋਂ ਪਤਾ ਲੱਗੇਗਾ ਕਿ ਜੋ 20 ਲੱਖ ਕਰੋੜ ਦੀ ਗੱਲ ਕੀਤੀ ਜਾ ਰਹੀ ਹੈ ਉਹ ਕਿੰਨੀ ਕੁ ਸੱਚ ਹੈ ਤੇ ਕਿੰਨੇ ਕੁ ਤੱਕ ਲੋਕਾਂ ਤੱਕ ਲਾਭ ਪਹੁੰਚਦਾ। ਖੈਰ ਸਾਹਿਬ, ਮੇਰਾ ਅਖੀਰਲਾ ਸਵਾਲ ਹੈ ਜੀ, ਇਸ ਵਕਤ ਜੇਕਰ ਅਸੀਂ ਮੁੱਖ ਮੰਤਰੀ ਦੀ ਗੱਲ ਕਰ ਲਈਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਿਆਸਤ ਨਹੀਂ ਹੋਣੀ ਚਾਹੀਦੀ, ਵਿਰੋਧੀ ਹਜੇ ਵੀ ਸਿਆਸਤ ਕਰ ਰਹੇ ਨੇ, ਹਜੇ ਵੀ ਲੱਤਾਂ ਖਿੱਚਣ ਦਾ ਕੰਮ ਚੱਲ ਰਿਹਾ, ਚਾਹੇ ਸਰਕਾਰ ਦਾ ਜਾਂ ਚਾਹੇ ਵਿਰੋਧੀਆਂ ਦਾ। ਚਲੋ ਸਰਕਾਰ ਇਕੱਠੀ ਨਹੀਂ ਹੈ, ਸਰਕਾਰ ਦੇ ਵਿੱਚ ਕਿਤੇ ਨਾ ਕਿਤੇ ਹੁਣ ਭਾਂਬੜ ਮੱਚ ਗਿਆ ਆ, ਵੱਖੋ ਵੱਖਰੇ ਦਿਖ ਰਹੇ ਨੇ, ਵਿਰੋਧੀ ਧਿਰ ਵੀ ਇਕੱਠੇ ਨਹੀਂ ਹੋ ਰਹੇ। ਦੇਖੋ ਇਹ ਤਾਂ ਬੜੀ ਅਫਸੋਸ ਦੀ ਗੱਲ ਹੈ ਕਿ ਅਰਸੇ ਤੋਂ ਪੰਜਾਬ ਦੇ ਲੋਕ ਇਹਨਾਂ ਦੋਨਾਂ ਪ੍ਰਮੁੱਖ ਪਾਰਟੀਆਂ ਤੋਂ ਔਖੇ ਨੇ। ਇਹ ਤਾਂ ਮੈਂ ਸਮਝਦਾ ਕਿ ਹੁਣ ਤੱਕ ਤਾਂ ਸਾਨੂੰ ਤੀਸਰੀ ਧਿਰ ਨੂੰ ਬੜੇ ਆਰਾਮ ਨਾਲ ਇਕੱਠੇ ਹੋਣਾ ਚਾਹੀਦਾ ਸੀਗਾ, ਲੇਕਿਨ ਅਫਸੋਸ ਹੈ ਕਿ ਇਹ ਇਕੱਠੇ ਨਹੀਂ ਹੋ ਪਾ ਰਹੇ। ਅੱਜ ਵੀ ਮੇਰੀ ਸਭ ਨੂੰ ਅਪੀਲ ਆ, ਜਿਹੜੇ ਲਾਈਕ ਮਾਈਂਡਡ ਆ, ਜਿਹੜੇ ਇਹਨਾਂ ਦੋਨਾਂ ਕਰਪਟ ਪੋਲੀਟੀਕਲ ਪਾਰਟੀਆਂ ਦੇ ਖਿਲਾਫ ਨੇ, ਆਓ ਆਪਾਂ ਇੱਕ ਥਾਂ ਦੇ ਉੱਤੇ ਬੈਠੀਏ ਔਰ ਇੱਕ ਤੀਸਰਾ ਵਾਇਬਲ ਅਲਟਰਨੇਟਿਵ ਪੰਜਾਬ ਦੇ ਵਿੱਚ ਪੈਦਾ ਕਰੀਏ। ਕਿਉਂਕਿ ਜਿਹੜਾ ਆਮ ਆਦਮੀ ਪਾਰਟੀ ਹੈ ਨਾ, ਜਿੱਦਾਂ ਹੁਣ ਅਰਵਿੰਦ ਕੇਜਰੀਵਾਲ ਦੀ ਆਪਾਂ ਗੱਲ ਕਰ ਲਈ, ਉਹ ਸੁਮੇਧ ਸੈਣੀ ਦੇ ਖਿਲਾਫ ਨਹੀਂ ਬੋਲ ਸਕਦੇ, ਉਹ KPS ਗਿੱਲ ਦੇ ਖਿਲਾਫ ਨਹੀਂ ਬੋਲ ਸਕਦੇ, ਉਹ JF ਰਬੇਰੋ ਦੇ ਕੀਤੇ ਕਤਲੋਗਾਰਤ ਦੇ ਖਿਲਾਫ ਨਹੀਂ ਬੋਲ ਸਕਦੇ, ਕਿਉਂਕਿ ਉਹਨਾਂ ਨੇ ਆਪਣਾ ਨੈਸ਼ਨਲਿਸਟ ਪਰਸਪੈਕਟਿਵ ਆਪਣੇ ਧਿਆਨ 'ਚ ਰੱਖਣਾ। ਇਸ ਲਈ ਪੰਜਾਬ ਦੇ ਆਮ ਆਦਮੀ ਪਾਰਟੀ ਨੂੰ ਚਾਹੀਦਾ ਵਾ ਕਿ ਉੱਥੋਂ ਪੂਰਾ ਅਧਿਕਾਰ ਲੈਣ ਔਰ ਜਿਹੜੀ ਤੀਸਰੀ ਧਿਰ ਕੋਈ ਬਣ ਸਕੇ ਉਹਦੇ ਨਾਲ ਬੈਠ ਕੇ ਗੱਲ ਕਰਨ। ਔਰ ਇਸ ਤੀਸਰੀ ਧਿਰ ਵਿੱਚ ਜਿਹੜੇ ਇੰਪੋਰਟੈਂਟ ਪਲੇਅਰਸ ਜਿਹੜੇ ਨੇ ਉਹਨਾਂ ਸਭ ਨੂੰ ਮੇਰੀ ਅਪੀਲ ਹੈ ਕਿ ਆਓ ਇਕੱਠੇ ਹੋ ਕੇ ਆਪਾਂ ਪੰਜਾਬ ਦੇ ਵਿੱਚ ਇੱਕ ਅਲਟਰਨੇਟਿਵ, ਪੰਜਾਬ ਦੇ ਲੋਕਾਂ ਨੂੰ ਇੱਕ ਵਿਕਲਪ ਜ਼ਰੂਰ ਦੇਣ ਦਾ ਉਪਰਾਲਾ ਕਰੀਏ।
ਸੋ ਇਹ ਸਾਨੂੰ ਸੁਖਪਾਲ ਸਿੰਘ ਖਹਿਰਾ। ਸੋ ਦੇਖਣਾ ਇਹ ਹੈ ਕਿ ਕਦੋਂ ਪੂਰੀ ਦੁਨੀਆ ਇਸ ਬਿਮਾਰੀ ਤੋਂ ਨਿਜਾਤ ਦੁਨੀਆ ਨੂੰ ਮਿਲਦੀ ਹੈ, ਕਦੋਂ ਇਸ ਤੋਂ ਬਾਹਰ ਨਿਕਲ ਜਾਂਦਾ ਤੇ ਕਦੋਂ ਇਹ ਵੇਲਾ ਆਵੇਗਾ ਜਦੋਂ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਪੰਜਾਬ ਦੇ ਲਈ ਕੰਮ ਕਰਨਗੀਆਂ। ਕਿਉਂਕਿ ਲੋੜ ਹੈ ਅੱਜ ਇਹ ਸਾਰੇ ਮਾਮਲਿਆਂ ਨੂੰ ਸੁਲਝਾਉਣ ਦੇ ਲਈ ਇਕੱਠਾ ਹੋਣਾ, ਇੱਕ ਮੰਚ ਤੇ ਆਉਣਾ। ਸੋ ਦੇਖਣਾ ਹੈ ਵੀ ਕਦੋਂ ਉਹ ਸਮਾਂ ਆਉਂਦਾ ਤੇ ਕਦੋਂ ਪੰਜਾਬ ਇਹਨਾਂ ਮਾਮਲਿਆਂ ਤੋਂ ਬਾਹਰ ਆਉਂਦਾ ਹੈ। ਮੈਂ ਸੁਰਖਾਬ ਚੰਨ ਆਪਣੇ ਸਹਿਯੋਗੀ ਸੁਖਵਿੰਦਰ ਸਿੰਘ ਦੇ ਨਾਲ, ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ।